ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਵਿੱਚ ਅਸੀਂ ਸ਼ਹੀਦ ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਦੇ ਬਾਰੇ ਗੱਲ ਕਰਾਂਗੇ। ਇਹਨਾਂ ਦੀ ਸ਼ਹੀਦੀ ਸਿੱਖ ਪੰਥ ਦੇ ਇਤਿਹਾਸ ਵਿੱਚ ਬਹੁਤ ਹੀ ਪ੍ਰਸਿੱਧ ਹੈ। ਲਾਹੌਰ ਤੋਂ ਕੁਝ ਮੀਲ ਦੂਰ ਪਿੰਡ ਜੰਬਰ ਦੇ ਰਹਿਣ ਵਾਲੇ ਸਨ ਭਾਈ ਸੁਬੇਗ ਸਿੰਘ ਜੀ। ਉੱਚੇ ਆਚਰਨ ਵਾਲੇ ਗੁਰਸਿੱਖ ਅਤੇ ਫਾਰਸੀ ਦੇ ਮਹਾਨ ਵਿਦਵਾਨ ਸਨ। ਖਾਨ ਬਹਾਦਰ ਜ਼ਕਰੀਆ ਖਾਨ ਦੇ ਸਮੇਂ ਆਪ ਸਰਕਾਰੀ ਠੇਕੇਦਾਰੀ ਦਾ ਕੰਮ ਕਰਦੇ ਸਨ। ਕੁਝ ਸਮੇਂ ਲਈ ਆਪ ਲਾਹੌਰ ਦੇ ਦਰਬਾਰ ਵਿੱਚ ਕੋਤਵਾਲ ਵੀ ਰਹਿ ਚੁੱਕੇ ਸਨ ਅਤੇ ਉਹਨਾਂ ਦੇ ਕੋਤਵਾਲ ਹੋਣ ਦੇ ਸਮੇਂ ਲਾਹੌਰ ਸ਼ਹਿਰ ਦੇ ਵਸਨੀਕਾਂ ਅਤੇ ਹੋਰ ਸਿੱਖ ਭਰਾਵਾਂ ਨੇ ਸੁੱਖ ਦੇ ਚੰਗੇ ਦਿਨ ਵੀ ਕੱਟੇ। ਖਾਨ ਬਹਾਦਰ ਜ਼ਕਰੀਆ ਖਾਨ ਵੀ ਆਪ ਦੀ ਬਹੁਤ ਇੱਜ਼ਤ ਕਰਦਾ ਸੀ, ਕਿਉਂਕਿ ਆਪ ਦੇ ਕਰਕੇ ਉਸਦੇ ਬਹੁਤ ਹੀ ਕੰਮ ਸਵਰੇ ਸਨ। ਖਾਨ ਬਹਾਦਰ ਜ਼ਕਰੀਆ ਖਾਨ ਸਿੰਘਾਂ ਨੂੰ ਖਤਮ ਕਰਨ ਦੇ ਸਾਰੇ ਪੈਂਤਰੇ ਇਸਤੇਮਾਲ ਕਰ ਚੁੱਕਾ ਸੀ, ਪਰ ਉਹ ਹਾਰ ਗਿਆ। ਜਿਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ 'ਤੇ ਹੋਣ, ਜੰਗਲ ਜਿਨ੍ਹਾਂ ਦਾ ਵਾਸਾ ਹੋਵੇ, ਗੁਰੂ ਜਿਨ੍ਹਾਂ ਦੇ ਅੰਗ ਸੰਗ ਹੋਣ ਅਤੇ ਅਕਾਲ ਪੁਰਖ ਜਿਨ੍ਹਾਂ ਦੇ ਹਿਰਦੇ ਵਸੇ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੂਝਦੇ ਹੋਏ ਐਸੇ ਸਿੰਘਾਂ ਨੂੰ ਭਲਾ ਕੌਣ ਖਤਮ ਕਰ ਸਕਦਾ ਹੈ। ਅੰਤ ਜ਼ਕਰੀਆ ਖਾਨ ਨੇ ਦਿੱਲੀ ਦੇ ਬਾਦਸ਼ਾਹ ਤੋਂ ਮਨਜ਼ੂਰੀ ਲੈ ਕੇ ਸਿੱਖਾਂ ਨਾਲ ਸੁਲਾਹ ਕਰਨ ਦੀ ਤਰਕੀਬ ਸੋਚੀ। ਚੰਗਾ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਜੀ ਨੂੰ ਵਿਚੋਲਾ ਬਣਾਇਆ ਅਤੇ ਸਿੱਖਾਂ ਕੋਲ ਇਹ ਪੇਸ਼ਕਸ਼ ਲੈ ਕੇ ਭੇਜਿਆ। ਪਹਿਲੀ ਪੇਸ਼ਕਸ਼ ਇਹ ਸੀ ਕਿ ਸਰਕਾਰ ਸਿੰਘਾਂ ਨੂੰ ਮਹੀਨੇ ਦਾ 1 ਲੱਖ ਰੁਪਈਆ ਦੇਵੇਗੀ ਅਤੇ ਕੁਝ ਜਗੀਰਾਂ ਵੀ ਦੇਵੇਗੀ। ਦੂਜਾ ਇਹ ਸੀ ਕਿ ਉਹਨਾਂ ਦੇ ਜਥੇਦਾਰ ਨੂੰ ਨਵਾਬੀ ਮਿਲੇਗੀ, ਪਰ ਕੁਝ ਸਿੰਘ ਇਸ ਲਈ ਤਿਆਰ ਨਹੀਂ ਸਨ। ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਬਾਦਸ਼ਾਹੀ ਬਖਸ਼ਣੀ ਹੈ ਅਤੇ ਅਸੀਂ ਇਹਨਾਂ ਨੂੰ ਠੁਕਰਾ ਦਈਏ। ਪਰ ਭਾਈ ਸੁਬੇਗ ਸਿੰਘ ਜੀ ਨੇ ਕਿਹਾ ਕਿ ਖਾਲਸਾ ਜੀ, ਰਾਜ ਵੀ ਮਿਲ ਜਾਵੇਗਾ, ਪਹਿਲਾਂ ਤੁਸੀਂ ਜੋ ਹੱਥ ਵਿੱਚ ਆ ਰਿਹਾ ਹੈ ਉਸ ਨੂੰ ਨਾ ਠੁਕਰਾਓ। ਅਤੇ ਭਾਈ ਸੁਬੇਗ ਸਿੰਘ ਜੀ ਦੀ ਗੱਲ ਮੰਨ ਕੇ ਖਾਲਸੇ ਨੇ ਇੱਕ ਜਾਣੇ ਨੂੰ ਨਵਾਬੀ ਬਖਸ਼ਣ ਦਾ ਫੈਸਲਾ ਕੀਤਾ। ਪੰਥ ਵਿੱਚ ਬਹੁਤ ਹੀ ਵੱਡੇ ਵਿਦਵਾਨ ਬੈਠੇ ਹੋਏ ਸਨ, ਜਿਵੇਂ ਬਾਬਾ ਨੇਤਰ ਸਿੰਘ ਜੀ, ਬਾਬਾ ਦੀਪ ਸਿੰਘ ਜੀ ਵਰਗੇ ਵਿਦਵਾਨ ਬੈਠੇ ਸਨ। ਉਹਨਾਂ ਨੇ ਕਿਹਾ ਕਿ ਸਾਨੂੰ ਨਵਾਬੀ ਇਹ ਪੱਖਾ ਝੱਲਦੇ ਸਿੰਘ ਨੂੰ ਦੇਣੀ ਚਾਹੀਦੀ ਹੈ, ਜੋ ਕਿ ਉਸ ਸਮੇਂ ਉਹਨਾਂ ਦਾ ਨਾਮ ਭਾਈ ਕਪੂਰ ਸਿੰਘ ਜੀ ਸੀ। ਜਦ ਉਹਨਾਂ ਦਾ ਜਨਮ ਹੋਇਆ ਤਾਂ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਰੱਖਿਆ ਅਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਡਾ ਨਵਾਬ ਹੈ। ਅਤੇ ਪੰਥ ਦੇ ਵਿਦਵਾਨਾਂ ਨੇ ਸੋਚਿਆ ਕਿ ਹੁਣ ਗੁਰੂ ਸਾਹਿਬ ਦਾ ਵਚਨ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਅਤੇ ਨਵਾਬ ਕਪੂਰ ਸਿੰਘ ਜੀ ਬਹੁਤ ਹੀ ਵੱਡੇ ਸ਼ੂਰਵੀਰ ਸਨ। ਉਹਨਾਂ ਨੇ ਕਈ ਵਾਰ ਜੰਗ ਯੁੱਧਾਂ ਵਿੱਚ ਬਹੁਤ ਹੀ ਕਮਾਲ ਦੀ ਬਹਾਦਰੀ ਦਿਖਾਈ। ਕਈ ਜੰਗਾਂ ਵਿੱਚ ਉਹ ਅੱਗੇ ਹੋ ਕੇ ਲੜਦੇ ਸਨ ਅਤੇ ਉਹਨਾਂ ਦੇ ਸਿਰ ਦੇ ਉੱਤੇ ਇੱਕ ਕਿਰਪਾਨ ਦਾ ਫੱਟ ਲੱਗਾ ਹੋਇਆ ਸੀ, ਜੋ ਕਿ ਬਹੁਤ ਹੀ ਸ਼ੋਭਦਾ ਸੀ। ਅਤੇ ਸਾਰੇ ਪੰਥ ਦੇ ਵਿਦਵਾਨਾਂ ਨੇ ਰਲ ਕੇ ਨਵਾਬ ਕਪੂਰ ਸਿੰਘ ਜੀ ਨੂੰ ਬੁਲਾਇਆ ਅਤੇ ਉਹਨਾਂ ਨੂੰ ਨਵਾਬੀ ਬਖਸ਼ ਦਿੱਤੀ ਅਤੇ ਉਹਨਾਂ ਨੂੰ ਪੰਥ ਦਾ ਜਥੇਦਾਰ ਬਣਾ ਦਿੱਤਾ। ਅਸਲ ਵਿੱਚ ਸਰਕਾਰ ਨੇ ਸੋਚਿਆ ਸੀ ਕਿ ਅਸੀਂ ਜੇ ਉਹਨਾਂ ਨੂੰ ਪੈਸੇ ਦੇਈਏ ਅਤੇ ਉਹਨਾਂ ਦੇ ਇੱਕ ਆਦਮੀ ਨੂੰ ਨਵਾਬ ਬਣਾ ਦਈਏ ਤਾਂ ਸਾਰੇ ਪੰਥ ਦੇ ਸਿੰਘ ਆਪਣੇ ਆਪਣੇ ਘਰ ਵਾਪਸ ਚਲੇ ਜਾਣਗੇ ਅਤੇ ਉਹਨਾਂ ਦੀ ਆਬਾਦੀ ਹੋਰ ਨਹੀਂ ਵਧੇਗੀ। ਅਤੇ ਦੇਖਦਿਆਂ ਦੇਖਦਿਆਂ ਉਹਨਾਂ ਦੀ ਆਬਾਦੀ 70,000 ਹੋ ਗਈ ਅਤੇ ਸਰਕਾਰ ਦਾ ਦਾਅ ਉਲਟਾ ਪੈ ਗਿਆ। ਭਾਈ ਸ਼ਾਹਬਾਜ਼ ਸਿੰਘ ਜੀ ਜਦ 18 ਵਰ੍ਹਿਆਂ ਦੇ ਹੋਏ ਤਾਂ ਉਹ ਬੜੇ ਲੰਬੇ ਚੌੜੇ ਸੋਹਣੇ ਗੱਭਰੂ ਜਵਾਨ ਨਿਕਲੇ ਅਤੇ ਜਿਹੜੇ ਸਕੂਲ ਵਿੱਚ ਉਹ ਪੜ੍ਹਦੇ ਸੀ ਉੱਥੇ ਦਾ ਕਾਜੀ ਉਹਨਾਂ ਨੂੰ ਬਹੁਤ ਪਸੰਦ ਕਰਨ ਲੱਗ ਪਿਆ। ਉਹ ਉਹਨਾਂ ਨੂੰ ਇਸਲਾਮ ਕਬੂਲ ਕਰਵਾ ਕੇ ਘਰ ਜਮਾਈ ਬਣਾਉਣ ਦੀ ਸੋਚਣ ਲੱਗ ਪਿਆ ਅਤੇ ਉਹਨਾਂ ਨੂੰ ਫਾਰਸੀ ਦੇ ਨਾਲ ਨਾਲ ਆਪਣੀਆਂ ਇਸਲਾਮ ਦੀਆਂ ਗੁਣਾਂ ਦੇ ਬਾਰੇ ਦੱਸਣ ਲੱਗ ਪਿਆ।
ਜਦ ਉਸਨੇ ਭਾਈ ਸੁਭੇਗ ਸਿੰਘ ਜੀ ਨਾਲ ਗੱਲ ਕਰਨੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਇਸਲਾਮ ਦੇ ਗੁਣਾਂ ਬਾਰੇ ਦੱਸਣ ਲੱਗ ਪੈਣਾ। ਹੁਣ ਜ਼ਕਰੀਆ ਖਾਨ ਨੇ ਸੋਚਿਆ ਹੈ ਕਿ ਜੇ ਮੈਂ ਸੁਭੇਗ ਸਿੰਘ ਅਤੇ ਉਸਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਮੁਸਲਮਾਨ ਬਣਾ ਦੇਵਾਂ ਤਾਂ ਸਾਰੇ ਹੀ ਸਿੱਖ ਸ਼ਾਇਦ ਮੁਸਲਮਾਨ ਬਣ ਜਾਣਗੇ। ਤੇ ਜ਼ਕਰੀਆ ਖਾਨ ਨੇ ਸੁਭੇਗ ਸਿੰਘ ਜੀ ਨੂੰ ਅਤੇ ਸ਼ਾਹਬਾਜ਼ ਸਿੰਘ ਜੀ ਨੂੰ ਫੜ ਲਿਆ ਅਤੇ ਜੇਲ੍ਹ ਦੇ ਅਲੱਗ-ਅਲੱਗ ਖਾਨਿਆਂ ਵਿੱਚ ਬੰਦੀ ਬਣਾ ਲਿਆ। ਭਾਈ ਸੁਭੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਬਹੁਤ ਹੀ ਸਖਤ ਤਸੀਹੇ ਦਿੱਤੇ ਗਏ, ਪਰ ਉਹਨਾਂ ਵਿੱਚੋਂ ਕੋਈ ਵੀ ਇਸਲਾਮ ਕਬੂਲ ਕਰਨ ਲਈ ਤਿਆਰ ਨਹੀਂ ਸੀ। ਭਾਈ ਸੁਭੇਗ ਸਿੰਘ ਜੀ ਨੇ ਤਾਂ ਇਸਲਾਮ ਕਬੂਲ ਨਹੀਂ ਕੀਤੀ। ਹੁਣ ਸ਼ਾਹੀ ਕਾਜੀ ਭਾਈ ਸੁਭੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਡਰਾਉਣ ਧਮਕਾਉਣ 'ਤੇ ਆ ਗਿਆ। ਹਕੂਮਤ ਨੇ ਉਹਨਾਂ ਦੋਨਾਂ ਸ਼ੂਰਵੀਰਾਂ ਨੂੰ ਬਹੁਤ ਹੀ ਜ਼ਿਆਦਾ ਤਸੀਹੇ ਦਿੱਤੇ, ਪਰ ਉਹਨਾਂ ਵਿੱਚੋਂ ਕੋਈ ਵੀ ਇਸਲਾਮ ਕਬੂਲ ਕਰਨ ਲਈ ਤਿਆਰ ਨਹੀਂ ਹੋਇਆ। ਅਤੇ ਫਿਰ ਉਹਨਾਂ ਨੇ ਧਮਕੀ ਦਿੱਤੀ ਕਿ ਤੁਹਾਨੂੰ ਚਰਖੜੀ 'ਤੇ ਚਾੜ੍ਹ ਕੇ ਮਾਰ ਦਿੱਤਾ ਜਾਵੇਗਾ। ਉਹ ਚਰਖੜੀ ਇੱਦਾਂ ਦੀ ਹੁੰਦੀ ਹੈ ਕਿ ਉਸਦੇ ਉੱਤੇ ਕਿਸੇ ਆਦਮੀ ਨੂੰ ਬੰਨ੍ਹ ਕੇ ਚਰਖੜੀ ਚਲਾਈ ਜਾਵੇ ਤਾਂ ਉਸ ਆਦਮੀ ਦੀਆਂ ਹੱਡੀਆਂ ਚੂਰ ਹੋ ਜਾਂਦੀਆਂ ਸਨ ਅਤੇ ਆਦਮੀ ਤੁਰਨ ਜੋਗਾ ਵੀ ਨਹੀਂ ਰਹਿੰਦਾ। ਉਸ ਦੇ ਵਿੱਚ ਬਹੁਤ ਹੀ ਨੁਕੀਲੇ ਚਾਕੂ ਵੀ ਲਾਏ ਜਾ ਸਕਦੇ ਹਨ। ਉਹਨਾਂ ਦੋਨਾਂ ਨੂੰ ਕਮ ਸੇ ਕਮ 2 ਵਾਰੀ ਚਰਖੜੀ 'ਤੇ ਚਾੜ੍ਹਿਆ ਗਿਆ। ਪਹਿਲਾਂ ਤਾਂ ਉਹਨਾਂ ਦੀਆਂ ਹੱਡੀਆਂ ਚੂਰ ਕੀਤੀਆਂ ਗਈਆਂ, ਪਰ ਉਹਨਾਂ ਵਿੱਚੋਂ ਫਿਰ ਕੋਈ ਨਹੀਂ ਮੰਨਿਆ। ਫਿਰ ਭਾਈ ਸੁਭੇਗ ਸਿੰਘ ਜੀ ਨੂੰ ਉਹਨਾਂ ਦੇ ਪੁੱਤਰ ਤੋਂ ਦੂਰ ਕਰ ਦਿੱਤਾ ਗਿਆ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਬਹੁਤ ਹੀ ਜ਼ਿਆਦਾ ਤਸੀਹੇ ਦਿੱਤੇ ਗਏ ਅਤੇ ਫਿਰ ਉਸ ਨੂੰ ਪੁੱਛਦੇ ਸਨ ਕਿ ਤੈਨੂੰ ਇਸਲਾਮ ਕਬੂਲ ਹੈ, ਪਰ ਉਹਨਾਂ ਦਾ ਜਵਾਬ ਨਾ ਹੀ ਹੁੰਦਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਬਹੁਤ ਹੀ ਜ਼ਿਆਦਾ ਮਹਿਮਾ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਬਹੁਤ ਹੀ ਜ਼ਿਆਦਾ ਤਾਕਤ ਵੀ ਬਖਸ਼ੀ ਹੈ। ਗੁਰੂ ਸਾਹਿਬ ਨੇ ਖਾਲਸੇ ਨੂੰ ਰਿੱਧੀਆਂ ਸਿੱਧੀਆਂ ਤੋਂ ਕਿਤੇ ਜ਼ਿਆਦਾ ਉੱਚੀਆਂ ਤਾਕਤਾਂ ਦਿੱਤੀਆਂ ਹਨ। ਇੱਦਾਂ ਦਾ ਹੀ ਕੌਤਕ ਕੁਛ ਉਸ ਸਮੇਂ ਭਾਈ ਸੁਭੇਗ ਸਿੰਘ ਜੀ ਨੇ ਕੀਤਾ। ਭਾਈ ਸ਼ਾਹਬਾਜ਼ ਸਿੰਘ ਜੀ ਬਹੁਤ ਹੀ ਜ਼ਿਆਦਾ ਜ਼ਖਮੀ ਸਨ ਅਤੇ ਕਿਤੇ ਉਹਨਾਂ ਦੇ ਮੂੰਹ ਵਿੱਚੋਂ ਇਸਲਾਮ ਕਬੂਲ ਕਰਨ ਲਈ ਹਾਂ ਨਿਕਲ ਗਈ ਅਤੇ ਸਾਰੇ ਫੌਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ, ਅਫਸਰ ਵੀ ਬਹੁਤ ਜ਼ਿਆਦਾ ਖੁਸ਼ ਹੋਏ। ਭਾਈ ਸੁਭੇਗ ਸਿੰਘ ਜੀ ਨੇ ਵੀ ਆਪਣਾ ਦਿਮਾਗ ਚਲਾਇਆ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਮੇਰੇ ਸਾਹਮਣੇ ਲਿਆ ਦਿੱਤਾ ਜਾਵੇ, ਕੀ ਪਤਾ ਮੈਂ ਵੀ ਇਸਲਾਮ ਕਬੂਲ ਕਰ ਲਵਾਂ। ਅਤੇ ਉਹਨਾਂ ਦੇ ਪੁੱਤਰ ਨੂੰ ਭਾਈ ਸੁਭੇਗ ਸਿੰਘ ਜੀ ਦੇ ਸਾਹਮਣੇ ਲਿਆਂਦਾ ਗਿਆ। ਭਾਈ ਸੁਭੇਗ ਸਿੰਘ ਨੇ ਪੁੱਛਿਆ ਕਿ ਤੈਨੂੰ ਇਸਲਾਮ ਕਬੂਲ ਹੈ, ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸਲਾਮ ਕਬੂਲ ਹੈ। ਅਤੇ ਭਾਈ ਸੁਭੇਗ ਸਿੰਘ ਜੀ ਨੇ ਭਾਈ ਸ਼ਾਹਬਾਜ਼ ਸਿੰਘ ਜੀ ਦੇ ਸਿਰ ਦੇ ਉੱਤੇ ਹੱਥ ਫੇਰਿਆ। ਕਈ ਲੋਕ ਕਹਿੰਦੇ ਨੇ ਕਿ ਜੁੱਤੀ ਦਾ ਜੋੜਾ ਫੇਰਿਆ ਸੀ। ਅਤੇ ਫਿਰ ਭਾਈ ਸਾਹਿਬ ਨੇ ਕਿਹਾ ਕਿ ਜ਼ਕਰੀਆ ਖਾਨ ਹੁਣ ਇਸ ਨੂੰ ਪੁੱਛ ਕੇ ਦੇਖ ਕਿ ਤੈਨੂੰ ਇਸਲਾਮ ਕਬੂਲ ਹੈ। ਅਤੇ ਜ਼ਕਰੀਆ ਖਾਨ ਨੇ ਪੁੱਛਿਆ। ਭਾਈ ਸ਼ਾਹਬਾਜ਼ ਸਿੰਘ ਜੀ ਨੇ ਕਿਹਾ ਕਿ ਖਬਰਦਾਰ ਜੇ ਕਿਤੇ ਇਸਲਾਮ ਕਬੂਲ ਕਰਨ ਦੇ ਬਾਰੇ ਕਿਹਾ ਤਾਂ। ਅਤੇ ਜ਼ਕਰੀਆ ਖਾਨ ਬੜਾ ਹੈਰਾਨ ਹੋਇਆ ਅਤੇ ਉਸਨੇ ਭਾਈ ਸੁਭੇਗ ਸਿੰਘ ਜੀ ਨੂੰ ਪੁੱਛਿਆ ਕਿ ਇਹ ਤੂੰ ਕੀ ਕੀਤਾ। ਅਤੇ ਭਾਈ ਸੁਭੇਗ ਸਿੰਘ ਜੀ ਨੇ ਕਿਹਾ ਕਿ ਇਸ ਦੇ ਨਸੀਬ ਵਿੱਚ ਕਿਤੇ ਮੁਸਲਮਾਨ ਬਣਨਾ ਲਿਖਿਆ ਹੋਇਆ ਸੀ, ਮੈਂ ਉਸ ਲੇਖ ਨੂੰ ਹੀ ਮਿਟਾ ਦਿੱਤਾ ਹੈ। ਅਤੇ ਇਸ ਤਰ੍ਹਾਂ ਖਾਲਸੇ ਨੂੰ ਗੁਰੂ ਸਾਹਿਬ ਨੇ ਬਹੁਤ ਹੀ ਮਹਿਮਾ ਅਤੇ ਤਾਕਤ ਬਖਸ਼ੀ ਹੈ। ਅਤੇ ਜ਼ਕਰੀਆ ਖਾਨ ਨੇ ਕਿਹਾ ਕਿ ਹੁਣ ਤੇਰੇ ਪੁੱਤਰ ਨੂੰ ਮਾਰ ਦਿੱਤਾ ਜਾਵੇਗਾ। ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਇਸ ਤੋਂ ਪਹਿਲਾਂ ਹੀ ਜ਼ਕਰੀਆ ਖਾਨ ਦੀ ਮੌਤ ਹੋ ਗਈ, ਕਿਉਂਕਿ ਭਾਈ ਤਾਰੂ ਸਿੰਘ ਜੀ ਨੇ ਉਸ ਨੂੰ ਸ਼ਰਾਪ ਦਿੱਤਾ ਕਿ ਤੈਨੂੰ ਸ਼ਹੀਦੀ ਪਹਿਰਾ ਲੱਗੇਗਾ, ਤੈਨੂੰ ਪਿਸ਼ਾਬ ਨਹੀਂ ਆਵੇਗਾ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਵੀ ਉਸ ਜ਼ਕਰੀਆ ਖਾਨ ਨੂੰ ਦਰਗਾਹ ਦੇ ਰਾਸਤੇ ਤੋਂ ਨਰਕਾਂ ਨੂੰ ਸੁੱਟਿਆ। ਸੋ ਇਸ ਤਰ੍ਹਾਂ ਭਾਈ ਸੁਭੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।